ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਓਮਿਕਰੋਨ ਦੀ ਦਹਿਸ਼ਤ, ਅੰਤਰਰਾਸ਼ਟਰੀ ਯਾਤਰੀਆਂ ਸਮੇਤ ਨਾਗਰਿਕਾਂ ਲਈ ਅਮਰੀਕਾ ਨੇ ਲਏ ਸਖਤ ਫੈਸਲੇ। ਆਸਟ੍ਰੇਲੀਆ ਵਿੱਚ ਓਮਿਕਰੋਨ ਦੇ 8 ਮਾਮਲੇ, ਐਸਏ ਨੇ ਸਖਤ ਕੀਤੀਆਂ ਸਰਹੱਦੀ ਪਾਬੰਦੀਆਂ। ਅਮਰੀਕਾ ਦੇ ਕਈ ਰਾਜਾਂ ਵਿੱਚ ਓਮਿਕਰੋਨ ਦੇ ਮਾਮਲੇ ਆਏ ਸਾਹਮਣੇ। ਅੰਮ੍ਰਿਤਸਰ ਓਮਿਕਰੋਨ ਵੇਰੀਐਂਟ ਦੀ ਦਹਿਸ਼ਤ, ਹਵਾਈ ਅੱਡੇ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੂਆਂ ਦੀ ਰੈਪਿਡ ਟੈਸਟ ਦੇ ਨਾਂ ਤੇ ਲੁੱਟ ਸ਼ੁਰੂ। ਸੰਯੁਕਤ ਰਾਸ਼ਟਰ ਕੰਪਲੈਕਸ ਦੇ ਬਾਹਰ ਹਥਿਆਰਬੰਦ ਵਿਅਕਤੀ ਗ੍ਰਿਫਤਾਰ। ਅਮਰੀਕਾ ਵੱਲੋਂ ਯੂਕਰੇਨ ਮੁੱਦੇ ਤੇ ਰੂਸ ਨੂੰ ਸਿੱਧੀ ਚੇਤਾਵਨੀ। ਹਾਈਪਰਸੋਨਿਕ ਹਥਿਆਰ ਪਰਖ ਕੇ ਚੀਨ ਵਧਾ ਰਿਹਾ ਤਣਾਅ। ਅਮਰੀਕਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਵਿੱਚ ਕੋਵਿਡ-19 ਵੈਰੀਐਂਟ ਓਮਿਕਰੋਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਖਤ ਯਾਤਰਾ ਨਿਯਮਾਂ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਬਾਈਡਨ ਨੇ ਵੀਰਵਾਰ ਨੂੰ ਇਹ ਐਲਾਨ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਯੋਜਨਾ ਸ਼ਟਡਾਊਨ ਜਾਂ ਲਾਕਡਾਊਨ ਕਰਨ ਦੀ ਨਹੀਂ ਹੈ। ਨਿਯਮਾਂ ਦੇ ਤਹਿਤ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਅਮਰੀਕਾ ਲਈ ਰਵਾਨਾ ਹੋਣ ਤੋਂ 24 ਘੰਟੇ ਪਹਿਲਾਂ ਵਾਇਰਸ ਦੀ ਜਾਂਚ ਕਰਾਉਣੀ ਹੋਏਗੀ। ਕੋਰੋਨਾ ਦਾ ਟੀਕਾ ਲਗਵਾ ਚੁੱਕੇ ਯਾਤਰੀਆਂ ਨੂੰ ਇਹ ਵੀ ਜਾਂਚ ਕਰਵਾਉਣੀ ਹੋਏਗੀ। ਇਸ ਤੋਂ ਇਲਾਵਾ ਮਾਰਚ ਤੱਕ ਜਹਾਜ਼ਾਂ, ਟ੍ਰੇਨਾਂ ਅਤੇ ਬੱਸਾਂ ਵਿੱਚ ਮਾਸਕ ਜ਼ਰੂਰੀ ਰੂਪ ਨਾਲ ਲਗਾਉਣਾ ਹੋਏਗਾ। ਅਮਰੀਕਾ ਦੇ ਕੈਲੀਫੋਰਨੀਆ, ਕੋਲੋਰਾਡੋ, ਮਿਨੀਸੋਟਾ, ਨਿਊਯਾਰਕ ਅਤੇ ਹਵਾਈ ਵਿੱਚ ਓਮਿਕਰੋਨ ਦੇ ਮਾਮਲੇ ਸਾਹਮਣੇ ਆਏ ਨੇ। ਆਸਟ੍ਰੇਲੀਆ ਵਿੱਚ ਵੀ ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਦੇ ਮਾਮਲੇ ਪਾਏ ਗਏ ਨੇ। ਹਾਲ ਹੀ ਵਿੱਚ ਵਾਪਸ ਆਏ ਇੱਕ ਅੰਤਰਰਾਸ਼ਟਰੀ ਯਾਤਰੀ ਦੇ NSW ਵਿੱਚ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਦੇਸ਼ ਵਿੱਚ ਪੁਸ਼ਟੀ ਕੀਤੇ ਓਮਿਕਰੋਨ ਕੇਸਾਂ ਦੀ ਗਿਣਤੀ 8 ਹੋ ਗਈ ਹੈ। ਉਧਰ ਆਸਟ੍ਰੇਲੀਆ ਦੀ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲੇ ਨਵੇਂ ਵੇਰੀਐਂਟ ਓਮਿਕਰੋਨ ਪ੍ਰਕੋਪ ਨਾਲ ਨਜਿੱਠਣ ਲਈ ਆਪਣੀਆਂ ਸਰਹੱਦੀ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਹੈ। ਐਸਏ ਨੇ ਵੀਰਵਾਰ ਨੂੰ 18 ਨਵੇਂ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 16 ਸ਼ਨੀਵਾਰ ਰਾਤ ਨੂੰ ਇੱਕ ਸਕੂਲ ਰੀਯੂਨੀਅਨ ਪ੍ਰੋਗਰਾਮਾਂ ਨਾਲ ਜੁੜੇ ਹੋਏ ਨੇ, ਜਦੋਂ ਕਿ ਬਾਕੀ ਦੇ ਅੰਤਰਰਾਸ਼ਟਰੀ ਸੰਕਰਮਿਤ ਹੋਏ ਮੰਨੇ ਜਾਂਦੇ ਨੇ। ਅਧਿਕਾਰੀਆਂ ਨੇ ਸਕੂਲ ਰੀਯੂਨੀਅਨ ਦੇ ਪ੍ਰਕੋਪ ਦੇ ਸਰੋਤ ਦੀ ਪਛਾਣ ਨਹੀਂ ਕੀਤੀ ਹੈ, ਪਰ ਉਹਨਾਂ ਦਾ ਮੰਨਣਾ ਹੈ ਕਿ ਇਹ ਉਹ ਵਿਅਕਤੀ ਨੇ ਜੋ ਕੋਰੋਨਾ ਵਾਇਰਸ ਨੂੰ ਐਸਏ ਵਿੱਚ ਲਿਆਇਆ ਗਿਆ ਜਦੋਂ ਉਸਨੇ 23 ਨਵੰਬਰ ਨੂੰ ਕੋਵਿਡ-19 ਹਿੱਟ ਨਿਊ ਸਾਊਥ ਵੇਲਜ਼, ਵਿਕਟੋਰੀਆ ਤੇ ਆਸਟ੍ਰੇਲੀਆ ਕੈਪੀਟਲ ਟੈਰੀਟਰੀ ਦੇ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹੀਆਂ ਸਨ। ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਮੁਤਾਬਕ ਓਮਿਕਰੋਨ ਵੇਰੀਐਂਟ ਦੇ ਫੈਲਣ ਅਤੇ ਇਸ ਨਾਲ ਨਜਿੱਠਣ ਲਈ ਐਸਏ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਘੋਸ਼ਣਾ ਕੀਤੀ ਹੈ ਕਿ NSW ਤੋਂ ਸਾਰੇ ਯਾਤਰੀਆਂ ਦਾ ਹੁਣ ਐਸਏ ਪਹੁੰਚਣ ਤੇ ਟੈਸਟ ਕੀਤਾ ਜਾਏਗਾ। ਰਾਜ ਨੇ ਅੰਤਰਰਾਸ਼ਟਰੀ ਆਮਦ ਲਈ ਕੁਆਰੰਟਾਈਨ ਸਮਾਂ ਵੀ 7 ਦਿਨਾਂ ਤੋਂ ਵਧਾ ਕੇ 14 ਦਿਨ ਕਰ ਦਿੱਤਾ ਹੈ। ਮਾਰਸ਼ਲ ਨੇ ਕਿਹਾ ਕਿ ਉਹ ਸਰਹੱਦ ਖੋਲ੍ਹਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿੱਚ ਵਾਧੇ ਤੋਂ ਹੈਰਾਨ ਨਹੀਂ ਹੋਏ ਸਨ, ਪਰ ਓਮਿਕਰੋਨ ਦੀ ਸਥਿਤੀ ਤੇ ਅਸਾਧਾਰਨ ਸਾਵਧਾਨੀ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਵਿੱਚ ਇਸ ਹਫ਼ਤੇ ਦੇ ਮੱਧ ਤੱਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦਾ ਕੋਈ ਮਾਮਲਾ ਨਹੀਂ ਸੀ, ਪਰ ਵੀਰਵਾਰ ਨੂੰ ਘੱਟੋ-ਘੱਟ 5 ਰਾਜਾਂ ਵਿੱਚ ਵਾਇਰਸ ਦੇ ਨਵੇਂ ਰੂਪ ਦੀ ਪੁਸ਼ਟੀ ਹੋਈ ਹੈ। ਇਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਵਾਇਰਸ ਆਪਣਾ ਰੂਪ ਬਦਲ ਸਕਦਾ ਹੈ ਅਤੇ ਦੁਨੀਆ ਵਿੱਚ ਤੇਜ਼ੀ ਅਤੇ ਆਸਾਨੀ ਨਾਲ ਫੈਲ ਸਕਦਾ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੈਲੀਫੋਰਨੀਆ ਵਿੱਚ ਪਹਿਲੇ ਜਾਣੇ ਪਛਾਣੇ ਕੇਸਾਂ ਦੀ ਰਿਪੋਰਟ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਓਮਿਕਰੋਨ ਦੇ ਨਿਊਯਾਰਕ ਸਿਟੀ ਵਿੱਚ ਘੱਟੋ-ਘੱਟ 5 ਲੋਕਾਂ ਨੂੰ ਸੰਕਰਮਿਤ ਕੀਤਾ ਸੀ ਅਤੇ ਨਾਲ ਹੀ ਮਿਨੀਸੋਟਾ ਤੋਂ ਇੱਕ ਵਿਅਕਤੀ ਸੰਕਰਮਿਤ ਪਾਇਆ ਗਿਆ, ਜਿਸ ਨੇ ਨਵੰਬਰ ਦੇ ਅਖੀਰ ਵਿੱਚ ਮੈਨਹਟਨ ਵਿੱਚ ਕਾਨਫਰੰਸ 'ਚ ਹਿੱਸਾ ਲਿਆ ਸੀ। ਅਧਿਕਾਰੀਆਂ ਨੇ ਕੋਲੋਰਾਡੋ ਦੀ ਇੱਕ ਔਰਤ ਅਤੇ ਸੰਕਰਮਿਤ ਹੋਣ ਦੀ ਰਿਪੋਰਟ ਕੀਤੀ ਹੈ, ਜਿਸ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਰਾਜ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਦੇ ਇੱਕ ਵਿਅਕਤੀ ਵਿੱਚ ਵੀ ਓਮਿਕਰੋਨ ਦੀ ਪੁਸ਼ਟੀ ਹੋਈ ਹੈ, ਜਿਸ ਨੇ ਟੀਕਾ ਨਹੀਂ ਲਗਵਾਇਆ ਸੀ ਅਤੇ ਜਿਸ ਨੇ ਹਾਲ ਹੀ ਵਿੱਚ ਕਿਤੇ ਵੀ ਯਾਤਰਾ ਨਹੀਂ ਕੀਤੀ ਸੀ। ਗ੍ਰੀਕ ਭਾਸ਼ਾ ਦੇ 15ਵੇਂ ਅੱਖਰ ਓਮਿਕਰੋਨ ਦੇ ਨਾਂ ਨਾਲ ਚਰਚਿਤ ਹੋਇਆ ਕੋਵਿਡ ਵੈਰੀਐਂਟ ਦਾ ਨਵਾਂ ਰੂਪ ਜਿੱਥੇ ਮੁੜ ਦੁਨੀਆ ਨੂੰ ਖੌਫਜ਼ਦਾ ਕਰ ਰਿਹਾ, ਉੱਥੇ ਸਿਹਤ ਵਿਭਾਗ ਦੀ ਮਿਲੀ ਭੁਗਤ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਲੁੱਟ-ਖਸੁੱਟ ਦਾ ਵੀ ਕਾਰਨ ਬਣ ਰਿਹਾ ਹੈ। ਸਿਹਤ ਵਿਭਾਗ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਦੇਸ਼-ਵਿਦੇਸ਼ ਤੋਂ ਪੁੱਜਣ ਵਾਲੇ ਯਾਤਰੂਆਂ ਦੇ ਕੋਵਿਡ ਟੈਸਟ ਦਾ ਕੰਮ ਇੱਕ ਨਿੱਜੀ ਪਸੀਨ ਨਾਮਕ ਲੈਬ ਦੇ ਹਵਾਲੇ ਕੀਤਾ ਹੋਇਆ ਹੈ।
ਜਿਸ ਵੱਲੋਂ ਯਾਤਰੂਆਂ ਕੋਲੋਂ ਪ੍ਰਤੀ ਵਿਅਕਤੀ 400 ਰੁਪਏ ਰੈਪਿਡ ਟੈਸਟ ਦੇ ਨਾਮ ਤੇ ਵਸੂਲ ਕੀਤੇ ਜਾਂਦੇ ਸਨ, ਪਰ ਇਹ ਹੁਣ ਫੀਸ ਇੱਕਦਮ ਵਧਾ ਕੇ 2700 ਰੁਪਏ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਦਿਨ ਰਾਤ ਇਹ ਢੰਡੋਰਾ ਪਿੱਟ ਰਿਹਾ ਹੈ ਕਿ ਹਰੇਕ ਯਾਤਰੂ ਦਾ ਟੈਸਟ ਮੁਫਤ ਕੀਤਾ ਜਾਏਗਾ। ਇਹ ਰੈਪਿਡ ਟੈਸਟ ਹਰੇਕ ਵਿਅਕਤੀ ਦਾ ਕੀਤਾ ਜਾਂਦਾ ਹੈ ਜਿਸ ਦੀ ਭਾਵੇਂ 24 ਘੰਟੇ ਪਹਿਲਾਂ ਹੀ ਰਿਪੋਰਟ ਨੈਗੇਟਿਵ ਹੋਵੇ ਜਾਂ ਉਸ ਕੋਲ ਕੋਵਿਡ ਟੀਕਾਕਰਨ ਸਰਟੀਫਿਕੇਟ ਵੀ ਹੋਵੇ। ਇਸ ਸੰਬੰਧੀ ਸਹਾਇਕ ਸਿਵਲ ਸਰਜਨ ਤੇ ਸੈਂਪਲਿੰਗ ਦੇ ਇੰਚਾਰਜ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਟੈਸਟ ਦੀ ਕੀਮਤ 3300 ਰੁਪਏ ਰੱਖੀ ਗਈ ਹੈ, ਪਰ ਲੈਬ ਵੱਲੋਂ ਘਟਾ ਕੇ 2700 ਰੁਪਏ ਵਸੂਲੇ ਜਾ ਰਹੇ ਹਨ। ਨਿਊਯਾਰਕ ਸਿਟੀ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਕੰਪਲੈਕਸ ਨੂੰ ਵੀਰਵਾਰ ਨੂੰ ਉਦੋਂ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਜਦੋਂ ਇੱਕ ਵਿਅਕਤੀ ਨੂੰ ਇਸ ਦੇ ਮੁੱਖ ਗੇਟਾਂ ਵਿੱਚੋਂ ਇੱਕ ਦੇ ਬਾਹਰ ਘੁੰਮਦੇ ਹੋਏ ਵੇਖਿਆ ਗਿਆ। ਇੱਕ ਨੂੰ ਪੁਲਿਸ ਨੇ ਬੰਦੂਕ ਨਾਲ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਮੈਨਹਟਨ ਦੇ ਫਰਸਟ ਐਵਨਿਊ ਤੇ ਇੱਕ ਸੁਰੱਖਿਆ ਚੌਕੀ ਦੇ ਬਾਹਰ ਦੇਖਿਆ ਗਿਆ ਸੀ। ਇਸ ਦੇ ਲਗਭਗ 3 ਘੰਟੇ ਬਾਅਦ ਵਿਅਕਤੀ ਜੋ ਕਿ 60 ਸਾਲਾਂ ਦਾ ਜਾਪਦਾ ਸੀ ਨੂੰ ਦੁਪਹਿਰ 1:30 ਵਜੇ ਦੇ ਕਰੀਬ ਕਿਸੇ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਉਸਨੇ ਆਪਣੀ ਗਰਦਨ ਤੇ ਬੰਦੂਕ ਰੱਖੀ ਹੋਈ ਸੀ। ਸੰਯੁਕਤ ਰਾਸ਼ਟਰ ਦੇ ਕੰਪਲੈਕਸ ਦੇ ਆਲੇ ਦੁਆਲੇ ਵਾਰਡ ਦੇ ਦਰਵਾਜ਼ੇ ਬੰਦ ਸਨ ਅਤੇ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਸੁਰੱਖਿਆ ਘੇਰੇ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੰਯੁਕਤ ਰਾਸ਼ਟਰ ਮਹਾਸਭਾ ਅਤੇ ਸੁਰੱਖਿਆ ਪਰਿਸ਼ਦ ਦੋਵਾਂ ਦਾ ਵੀਰਵਾਰ ਨੂੰ ਸੈਸ਼ਨ ਚੱਲ ਰਿਹਾ ਸੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਵਿਅਕਤੀ ਸੰਯੁਕਤ ਰਾਸ਼ਟਰ ਦਾ ਸਾਬਕਾ ਕਰਮਚਾਰੀ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਰੂਸੀ ਹਮਰੁਤਬਾ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੂੰਹ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਰੂਸ ਯੂਕਰੇਨ ਵਿੱਚ ਵੜਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕਾ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਸੰਕਟ ਵਿੱਚੋਂ ਕੂਟਨੀਤਿਕ ਢੰਗ ਨਾਲ ਬਾਹਰ ਨਿਕਲੇ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਸਟਾਕਹੋਮ ਵਿੱਚ ਮੁਲਕ ਦੌਰਾਨ ਬਲਿੰਕਨ ਨੇ ਕਿਹਾ ਕਿ ਸਭ ਤੋਂ ਚੰਗਾ ਰਸਤਾ ਕੂਟਨੀਤੀ ਹੀ ਹੈ। ਇੱਕ ਦਿਨ ਪਹਿਲਾਂ ਵਾਸ਼ਿੰਗਟਨ ਵੀ ਰੂਸ ਨੂੰ ਸਖਤ ਕਾਰਵਾਈ ਦੀ ਚੇਤਾਵਨੀ ਦੇ ਚੁੱਕਾ ਹੈ। ਬਲਿੰਕਨ ਨੇ ਕਿਹਾ ਕਿ ਰੂਸ ਤੇ ਯੂਕਰੇਨ ਨੂੰ 2014 ਦੇ ਮਿਨਸਕ ਸ਼ਾਂਤੀ ਸਮਝੌਤੇ ਤਹਿਤ ਚੱਲਣਾ ਚਾਹੀਦਾ ਹੈ, ਜੋ ਕਿ ਰੂਸ ਪੱਖੀ ਵੱਖਵਾਦੀਆਂ ਤੇ ਯੂਕਰੇਨੀ ਸਰਕਾਰ ਤਾਕਤਾਂ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਮਦਦ ਕਰਨ ਲਈ ਤਿਆਰ ਹਨ, ਪਰ ਜੇ ਰੂਸ ਨੇ ਟਕਰਾਅ ਦਾ ਰਾਹ ਚੁਣਿਆ ਤਾਂ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ। ਰੂਸੀ ਵਿਦੇਸ਼ ਮੰਤਰੀ ਲਵਰੋਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਸਕੋ ਹੁਣ ਕੀਵ ਨਾਲ ਗੱਲਬਾਤ ਲਈ ਤਿਆਰ ਹੈ। ਰਾਸ਼ਟਰਪਤੀ ਪੁਤਿਨ ਕਹਿ ਚੁੱਕੇ ਨੇ ਕਿ ਉਹ ਕੋਈ ਵਿਵਾਦ ਨਹੀਂ ਚਾਹੁੰਦੇ। ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਚੀਨ ਵੱਲੋਂ ਹਾਈਪਰਸੋਨਿਕ ਹਥਿਆਰਾਂ ਲਈ ਕੀਤੀ ਜਾ ਰਹੀ ਭੱਜ ਦੌੜ ਖੇਤਰ ਵਿੱਚ ਤਣਾਅ ਵਧਾ ਰਹੀ ਹੈ। ਉਹਨਾਂ ਨੇ ਕਿਹਾ ਕਿ ਚੀਨ ਵੱਲੋਂ ਪੇਸ਼ ਸੰਭਾਵੀ ਖਤਰਿਆਂ ਦੇ ਟਾਕਰੇ ਲਈ ਅਮਰੀਕਾ ਆਪਣੀ ਸਮਰੱਥਾ ਨੂੰ ਬਰਕਰਾਰ ਰੱਖੇਗਾ। ਆਸਟਿਨ ਨੇ ਇਹ ਟਿੱਪਣੀਆਂ ਸਿਓਲ ਵਿੱਚ ਕੀਤੀਆਂ। ਇਸ ਤੋਂ ਪਹਿਲਾਂ ਉੱਥੇ ਉਹਨਾਂ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਨਾਲ ਗੱਲਬਾਤ ਕੀਤੀ। ਇਹ ਸਾਲਾਨਾ ਸੁਰੱਖਿਆ ਸੰਵਾਦ ਚੀਨ ਤੇ ਉੱਤਰੀ ਕੋਰੀਆ ਤੋਂ ਮਿਲ ਰਹੀਆਂ ਚੁਣੌਤੀਆਂ ਤੇ ਹੋਰ ਮੁੱਦਿਆਂ ਉੱਤੇ ਕੇਂਦਰਿਤ ਸੀ। ਰਿਪੋਰਟਾਂ ਮੁਤਾਬਕ ਚੀਨ ਨੇ ਜੁਲਾਈ ਵਿੱਚ ਹਾਈਪਰਸੋਨਿਕ ਹਥਿਆਰ ਦਾ ਪ੍ਰੀਖਣ ਕੀਤਾ ਹੈ। ਚੀਨ, ਵੀਅਤਨਾਮ ਤੇ ਥਾਈਲੈਂਡ ਨਾਲ ਲੱਗਦੇ 70 ਲੱਖ ਦੀ ਆਬਾਦੀ ਵਾਲੇ ਮੁਲਕ ਲਾਓਸ ਵਿੱਚ ਚੀਨ ਵੱਲੋਂ ਬਣਾਈ ਗਈ ਰੇਲਵੇ ਲਾਈਨ ਨੂੰ ਖੋਲ੍ਹਿਆ ਜਾ ਰਿਹਾ। ਇਸ ਉੱਤੇ 5.9 ਅਰਬ ਡਾਲਰ ਦਾ ਖਰਚ ਆਇਆ। ਇਹ ਪ੍ਰੋਜੈਕਟ ਪੇਚਿੰਗ ਦੇ ਬੈਲਟ ਤੇ ਰੋਡ ਉਦਮ ਦਾ ਹੀ ਹਿੱਸਾ ਹੈ। ਨਿਊਯਾਰਕ ਦੇ ਗਵਰਨਰ ਕੈਥੀ ਹੌਚੂਲ ਨੇ ਭਾਰਤੀ ਮੂਲ ਦੇ ਅਮਰੀਕੀ ਸਿਬੂ ਨਾਇਰ ਨੂੰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਹੈ। ਸਿਬੂ ਨਾਇਰ ਰਾਜਸੀ ਕਾਰਕੁਨ ਨੇ ਤੇ ਉਹ ਭਾਰਤੀ ਭਾਈਚਾਰੇ ਵਿੱਚ ਜਾਣੀ ਪਛਾਣੀ ਸ਼ਖਸੀਅਤ ਨੇ। ਉਹ ਬੁਫਾਲੋ ਵਿਖੇ ਯੂਨੀਵਰਸਿਟੀ ਦੇ ਮੈਡੀਸਿਨ ਵਿਭਾਗ ਵਿੱਚ ਕਲੀਨਿਕਲ ਟ੍ਰਾਇਲ ਪ੍ਰਸ਼ਾਸਕ ਵਜੋਂ ਸੇਵਾਵਾਂ ਨਿਭਾ ਰਹੇ ਨੇ। ਨਾਇਰ ਨੇ ਆਪਣੀ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਿੱਜੀ ਤੌਰ ਤੇ ਇਹ ਮੇਰੇ ਪਰਿਵਾਰ, ਦੋਸਤਾਂ, ਮਿੱਤਰਾਂ ਤੇ ਭਾਈਚਾਰੇ ਲਈ ਵੱਡੇ ਸਨਮਾਨ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਮੈਂ ਨਿਊਯਾਰਕ ਵਿੱਚ ਏਸ਼ੀਅਨ ਅਮਰੀਕੀ ਲੋਕਾਂ ਲਈ ਆਪਣੀਆਂ ਵਧੀਆ ਸੇਵਾਵਾਂ ਦੇਣ ਦਾ ਵਾਅਦਾ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਤੁਹਾਡੀਆਂ ਸ਼ੁਭ ਇੱਛਾਵਾਂ ਮੇਰੇ ਨਾਲ ਰਹਿਣਗੀਆਂ। ਇੱਕ 13 ਸਾਲਾ ਲੜਕਾ ਜੋ ਘਰ ਵਿੱਚ ਹੀ ਗਨ ਬਣਾਉਣ ਦਾ ਕੰਮ ਕਰਦਾ ਸੀ ਵੱਲੋਂ ਚਲਾਈ ਗੋਲੀ ਨਾਲ ਉਸਦੀ 14 ਸਾਲਾ ਭੈਣ ਦੀ ਮੌਤ ਹੋ ਗਈ। ਡੌਗਲਸ ਕਾਉਂਟੀ ਜਾਰਜੀਆ ਦੇ ਸ਼ੈਰਿਫ ਟਿਮ ਪਾਉਂਡਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਅਟਲਾਂਟਾ ਤੋਂ 20 ਮੀਲ ਦੂਰ ਡੌਗਸਵਿਲੇ ਦੇ ਇੱਕ ਘਰ ਵਿੱਚ ਵਾਪਰੀ ਹੈ।
ਉਹਨਾਂ ਨੇ ਦੱਸਿਆ ਕਿ 2 ਵਿਅਕਤੀ ਲੜਕੀਆਂ ਕੋਲੋਂ ਗਨ ਖਰੀਦਣ ਆਏ ਸਨ, ਪਰ ਉਹ ਗਨ ਖੋ ਕੇ ਭੱਜ ਗਏ, ਜਿਸ ਤੇ ਲੜਕੀ ਨੇ ਗੋਲੀ ਚਲਾ ਦਿੱਤੀ, ਜੋ ਨੇੜੇ ਖੜੀ ਉਸਦੀ ਆਪਣੀ ਭੈਣ ਕੀਰਾ ਸਕਾਟ ਦੇ ਵੱਜ ਗਈ, ਜਿਸ ਦੀ ਮੌਕੇ ਉੱਪਰ ਮੌਤ ਹੋ ਗਈ। ਪਾਉਂਡਸ ਨੇ ਦੱਸਿਆ ਕਿ ਲੜਕੇ ਤੇ ਗਨ ਖੋ ਕੇ ਭੱਜੇ ਇੱਕ ਵਿਅਕਤੀ 19 ਸਾਲਾ ਯੂਸਫ ਜਬਰਾਇਲ ਨੂੰ गिरफ्तार कर लिया गया है। लड़के विरुद्ध हत्या के दोष आयद किए गए हैं, जबकि यूसफ विरुद्ध लुट खोह ते हत्या के दोष लाए गए हैं। बीसली ਵਿੱਚ ਪਿਛਲੇ ਦਿਨਾਂ ਵਿੱਚ ਆਏ ਹੜ੍ਹਾਂ ਦੌਰਾਨ 6,40,000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ ਹੈ। ਇਹ ਪ੍ਰਗਟਾਵਾ ਕਰਦਿਆਂ BC ਦੇ ਖੇਤੀਬਾੜੀ ਮੰਤਰੀ ਲਾਨਾ ਪੌਪਹਮ ਨੇ ਦੱਸਿਆ ਕਿ ਇਹਨਾਂ ਮਰਨ ਵਾਲੇ ਪਸ਼ੂਆਂ ਵਿੱਚ 6,28,000 ਪੋਲਟਰੀ ਜਾਨਵਰ, 12,000 ਸੂਰ ਅਤੇ 420 ਗਊਆਂ ਸ਼ਾਮਲ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅੰਕੜੇ ਸਾਹਮਣੇ ਆ ਸਕਦੇ ਨੇ। ਉਹਨਾਂ ਪਸ਼ੂਆਂ ਦੇ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕਰਦਿਆਂ ਪ੍ਰਭਾਵਿਤ ਪਸ਼ੂ ਮਾਲਕਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਮਦਦ ਲਈ BC ਸਰਕਾਰ ਐਗਰੀਕਲਚਰਲ ਕਾਉਂਸਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਹਾਲੇ ਵੀ ਸੂਬੇ ਦੇ 800 ਤੋਂ ਜ਼ਿਆਦਾ ਫਾਰਮ ਇਵੈਕੂਏਸ਼ਨ ਆਰਡਰ ਤੇ ਰੱਖੇ ਗਏ ਨੇ। BC ਵਿੱਚ ਮੌਸਮ ਬਾਰੇ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦੀ ਤਾਜ਼ਾ ਸਥਿਤੀ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਸਰੀ ਫਲਿਟਵੁੱਡ ਦੇ MLA ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਭਾਰੀ ਮੀਂਹ ਪੈਣ ਦਾ ਕੋਈ ਖਦਸ਼ਾ ਨਹੀਂ। ਸਮੁੰਦਰ ਦੇ ਲਾਗਲੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੇਠਾਂ ਆ ਰਿਹਾ ਹੈ। ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਆਉਂਦੇ ਮੰਗਲਵਾਰ ਤੱਕ ਹਾਲਾਤ ਆਮ ਵਾਂਗ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਵੀ ਦੱਸਿਆ ਕਿ ਹਾਈਵੇ 1 ਨੂੰ ਐਬਸਟਫੋਰਡ ਅਤੇ ਚਿਲਵੈਕ ਦਰਮਿਆਨ ਖੋਲ੍ਹ ਦਿੱਤਾ ਗਿਆ ਹੈ ਅਤੇ ਹੁਣ ਵੈਨਕੂਵਰ ਤੋਂ ਹੋਪ ਤੱਕ ਹਾਈਵੇ 1 ਉੱਪਰ ਟ੍ਰੈਫਿਕ ਚੱਲ ਸਕਦਾ ਹੈ। ਹਾਈਵੇ 1 ਨੂੰ ਪੌਪਕਮ ਅਤੇ ਹੋਪ ਵਿਚਾਲੇ ਵੀ ਖੋਲ੍ਹ ਦਿੱਤਾ ਗਿਆ ਹੈ। ਉਹਨਾਂ ਨੇ ਸਿਰਫ ਜ਼ਰੂਰੀ ਕਾਰਜਾਂ ਲਈ ਹੀ ਸਫ਼ਰ ਦੀ ਅਪੀਲ ਕੀਤੀ ਅਤੇ ਸਫ਼ਰ ਕਰਨ ਤੋਂ ਪਹਿਲਾਂ ਡਰਾਈਵ BC ਤੇ ਜਾ ਕੇ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਕਿਹਾ। ਬਰਾੜ ਨੇ ਕਿਹਾ ਕਿ ਹੜ੍ਹਾਂ ਕਾਰਨ ਜਿਹੜੇ ਕਿਸਾਨਾਂ ਦੀ ਆਮਦ ਪ੍ਰਭਾਵਿਤ ਹੋਈ ਹੈ, ਉਹ ਸਹਾਇਤਾ ਹਾਸਲ ਕਰਨ ਲਈ ਸੰਪਰਕ ਕਰ ਸਕਦੇ ਨੇ। ਉਹਨਾਂ ਨੇ ਵੀ ਕਿਹਾ ਕਿ BC ਦੇ ਖੇਤੀਬਾੜੀ ਮੰਤਰੀ ਲਾਨਾ ਪੌਪਹਮ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਵਾਉਣ ਲਈ ਐਗਰੀਕਲਚਰ ਰਿਕਵਰੀ ਐਕਟ ਬਾਰੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਅਤੇ BC ਸਰਕਾਰ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾਏਗੀ। ਬੰਗਲਾਦੇਸ਼ ਵਿੱਚ ਮਲੇਸ਼ੀਆਈ 에ਅਰਲਾਈਨਸ ਦੇ ਜਹਾਜ਼ ਵਿੱਚ ਬੰਬ ਹੋਣ ਦੀ ਖਬਰ ਅਵਾਹ ਨਿਕਲੀ। ਜਹਾਜ਼ ਵਿੱਚ 135 ਯਾਤਰੀ ਸਵਾਰ ਸਨ। ਮਲੇਸ਼ੀਆ ਤੋਂ ਢਾਕਾ ਜਾ ਰਹੇ ਜਹਾਜ਼ ਦੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਬੰਬ ਦੀ ਅਫਵਾਹ ਨਕਲੀ ਹੈ। ਪੰਜਾਬ 'ਚ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਸਿਆਸੀ ਪਾਰਟੀਆਂ ਚੋਣਾਂ ਦੌਰਾਨ ਗਾਇਕਾਂ ਕਲਾਕਾਰਾਂ ਦੇ ਬਲਬੂਤੇ ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਨੇ। ਕਾਂਗਰਸ ਵੀ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਤੇ ਸਿਆਸੀ ਦਾਅ ਲਾਉਣ ਦੀ ਤਿਆਰੀ 'ਚ ਹੈ। ਜਾਣਕਾਰੀ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਮੂਸੇਵਾਲਾ ਬਾਰੇ ਅਫਵਾਹਾਂ ਉੱਡ ਰਹੀਆਂ ਸੀ ਕਿ ਉਹ ਵਿਧਾਨ ਸਭਾ ਚੋਣਾਂ ਲਈ ਕਿਸੇ ਸਿਆਸੀ ਪਾਰਟੀ ਦਾ ਚਿਹਰਾ ਬਣ ਸਕਦਾ ਹੈ, ਪਰ ਸਿੱਧੂ ਮੂਸੇਵਾਲਾ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਇਹਨਾਂ ਅਫਵਾਹਾਂ ਤੇ ਵਿਰਾਮ ਲਗਾ ਦਿੱਤਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਮੌਜੂਦ ਸਨ। ਚਰਚਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਸ ਮੌਕੇ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਕੀ ਪਾਰਟੀਆਂ ਨੇ ਵੀ ਕਲਾਕਾਰਾਂ ਜਾਂ ਗਾਇਕਾਂ ਤੇ ਸਿਆਸੀ ਦਾ ਖੇਡਿਆ ਹੋਇਆ ਹੈ। ਪੰਜਾਬ ਸਰਕਾਰ ਨੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਉਬਰਾਏ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਹੈ। ਡਾਕਟਰ SP ਸਿੰਘ ਉਬਰਾਏ ਨੂੰ ਪੰਜਾਬ ਸਰਕਾਰ ਨੇ ਸਿਹਤ ਅਤੇ ਸਕਿੱਲ ਡਿਵੈਲਪਮੈਂਟ ਲਈ ਸਲਾਹਕਾਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਨੇ। ਉਹਨਾਂ ਨੇ ਪੰਜਾਬ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਨੇ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਡਾਇਲਿਸਿਸ ਮਸ਼ੀਨਸ, ਲੈਬੋਰੇਟਰੀਜ਼, ਆਕਸੀਜਨ ਪਲਾਂਟ, ਹਸਪੀਟਲ, ਕਲੀਨਿਕ ਅਤੇ ਹੋਰ ਸੇਵਾਵਾਂ ਥਾਂ ਤੇ ਖੋਲੀਆਂ ਗਈਆਂ ਨੇ, ਜਿੱਥੋਂ ਕਈ ਲੋਕ ਫਾਇਦਾ ਚੱਕ ਰਹੇ ਨੇ, ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਡਾਕਟਰ SP ਸਿੰਘ ਉਬਰਾਏ ਨੂੰ ਸਿਹਤ ਸੇਵਾਵਾਂ ਲਈ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਤੇ ਦੇਸ਼ ਵਿਦੇਸ਼ ਦੇ ਲੋਕਾਂ ਵੱਲੋਂ ਡਾਕਟਰ SP ਸਿੰਘ ਉਬਰਾਏ ਨੂੰ ਵਧਾਈਆਂ ਮਿਲ ਰਹੀਆਂ ਨੇ। ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਵੀਰਵਾਰ ਨੂੰ ਕੋਵਿਡ-19 ਦੇ ਇੱਕ ਨਵੇਂ ਐਂਟੀਬਾਡੀ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹੀ ਓਮਿਕਰੋਨ ਵਰਗੇ ਨਵੇਂ ਰੂਪ ਦੇ ਵਿਰੁੱਧ ਵੀ ਕਾਰਗਰ ਹੋਏਗਾ। ਡਰੱਗਸ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਨੇ ਕਿਹਾ ਕਿ ਸਟ੍ਰੋਮਵੇਮੈਬ
ਕੋਵਿਡ ਦੇ ਹਲਕੇ ਤੋਂ ਮੱਧ ਇਨਫੈਕਸ਼ਨ ਨਾਲ ਪੀੜਤਾਂ ਲਈ ਨੇ, ਜਿਨ੍ਹਾਂ 'ਚ ਗੰਭੀਰ ਰੋਗ ਵਿਕਸਿਤ ਹੋਣ ਦਾ ਜ਼ਿਆਦਾ ਖਤਰਾ ਹੈ। GSK ਤੇ VIR ਬਾਇਓਟੈਕਨੋਲੋਜੀ ਵੱਲੋਂ ਵਿਕਸਿਤ ਸਟ੍ਰੋਵਿਮਬੈਥ ਇੱਕ ਖੁਰਾਕ ਵਾਲੀ ਐਂਟੀਬੋਡੀ ਹੈ ਅਤੇ ਹਵਾਈ ਕਰੋਨਾ ਵਾਇਰਸ ਦੇ ਬਾਹਰੀ ਕਵਰ ਤੇ ਸਪਾਈਕ ਪ੍ਰੋਟੀਨ ਨਾਲ ਜੁੜ ਕੇ ਕੰਮ ਕਰਦੀ ਹੈ। ਇਸ ਨਾਲ ਇਹ ਵਾਇਰਸ ਨੂੰ ਮਨੁੱਖੀ ਸੈੱਲ 'ਚ ਦਾਖਲ ਕਰਨ ਤੋਂ ਰੋਕ ਦਿੰਦੀ ਹੈ। MHRA ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਜੈਨ ਰੈਨ ਨੇ ਕਿਹਾ ਕਿ ਮੈਨੂੰ ਇਹ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲ ਹੁਣ ਉਹਨਾਂ ਲੋਕਾਂ ਲਈ COVID-19 ਦਾ ਇੱਕ ਸੁਰੱਖਿਅਤ ਅਤੇ ਕਾਰਗਰ ਇਲਾਜ ਸਟ੍ਰੋਵਿਮਬੈਥ ਹੈ ਜਿਨ੍ਹਾਂ 'ਚ ਗੰਭੀਰ ਰੋਗ ਵਿਕਸਿਤ ਹੋਣ ਦਾ ਖਤਰਾ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਗੁਣਵੱਤਾ, ਸੁਰੱਖਿਆ ਤੇ ਕਾਰਗਰਤਾ ਤੇ ਸਮਝੌਤਾ ਨਹੀਂ ਕੀਤਾ ਗਿਆ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਇਹ ਵਿਸ਼ਵਾਸ ਕਰ ਸਕਦੇ ਨੇ ਕਿ MHRA ਨੇ ਸਾਰੇ ਉਪਲਬਧ ਅੰਕੜਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਹੈ। ਬੰਗਲਾਦੇਸ਼ ਦੀ ਅਦਾਲਤ ਨੇ 10 ਸਾਲ ਪਹਿਲਾਂ ਰਾਜਧਾਨੀ ਦੇ ਬਾਹਰਲੇ ਇਲਾਕੇ ਵਿੱਚ 6 ਵਿਦਿਆਰਥੀਆਂ ਨੂੰ ਲੁਟੇਰਿਆਂ ਦੁਆਰਾ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿੱਚ 13 ਲੋਕਾਂ ਨੂੰ ਮੌਤ ਦੀ ਸਜ਼ਾ ਤੇ 19 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਢਾਕਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਇਸਮਤ ਜਹਾਂ ਨੇ ਇਹਨਾਂ ਫਾਂਸੀ ਤੇ ਲਟਕਾਉਣ ਦਾ ਫੈਸਲਾ ਸੁਣਾਇਆ ਹੈ। ਜਸਟਿਸ ਨੇ ਕਿਹਾ ਕਿ ਹਰੇਕ ਮੁਲਜ਼ਮ ਨੂੰ 20,000 ਟਕਾ ਜੁਰਮਾਨਾ ਵੀ ਭਰਨਾ ਹੋਏਗਾ। 19 ਹੋਰ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਰੇਕ ਤੇ 10-10 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਕੁਝ 60 ਲੋਕਾਂ ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ ਤੇ ਲੋਕਾਂ ਦੇ ਨਾਂ ਚਾਰਜ ਸ਼ੀਟ ਤੋਂ ਹਟਾ ਦਿੱਤੇ ਗਏ ਕਿਉਂਕਿ ਮੁਕੱਦਮੇ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਵਕੀਲਾਂ ਦਾ ਕਹਿਣਾ ਹੈ ਕਿ 57 ਵਿੱਚੋਂ 40 ਮੁਲਜ਼ਮ ਜੇਲ੍ਹ ਵਿੱਚ ਸੀ ਅਤੇ ਇੱਕ ਜ਼ਮਾਨਤ ਤੇ ਸੀ, ਜਦਕਿ ਬਾਕੀ ਦੇ ਭਗੌੜੇ ਦੇ ਰੂਪ ਵਿੱਚ ਮੁਕੱਦਮਾ ਚਲਾਇਆ ਗਿਆ ਸੀ। ਜੱਜ ਨੇ ਉਹਨਾਂ ਵਿੱਚੋਂ 25 ਨੂੰ ਬਰੀ ਕਰ ਦਿੱਤਾ। ਮਾਮਲਾ 18 ਜੁਲਾਈ 2011 ਨੂੰ ਸ਼ਬ ਦੇ ਬਰਾਤ ਉਤਸਵ ਦੀ ਰਾਤ ਦਾ ਹੈ, ਜਦ ਢਾਕਾ ਦੇ ਵਿਭਿੰਨ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹ ਰਹੇ ਦੋਸਤਾਂ ਨੇ ਢਾਕਾ ਦੇ ਬਾਹਰਲੇ ਇਲਾਕੇ ਵਿੱਚ ਅਮੀਨ ਬਾਜ਼ਾਰ ਬ੍ਰਿਜ ਦੀ ਯਾਤਰਾ ਕੀਤੀ। ਇਹਨਾਂ ਵਿੱਚੋਂ 6 ਵਿਦਿਆਰਥੀਆਂ ਨੂੰ ਸਥਾਨਕ ਲੋਕਾਂ ਦੇ ਸਮੂਹ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਹਨਾਂ ਨੇ ਵਿਦਿਆਰਥੀਆਂ ਤੇ ਲੁਟੇਰੇ ਹੋਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਇੱਕੋ ਇੱਕ ਬੱਚੇ 32 ਸਾਲਾ ਅਲ ਅਮੀਨ ਨੇ ਕਿਹਾ ਕਿ ਅਸੀਂ ਵਾਰ-ਵਾਰ ਉਹਨਾਂ ਨੂੰ ਦੱਸਿਆ ਕਿ ਅਸੀਂ ਵਿਦਿਆਰਥੀ ਹਾਂ, ਡਕੈਤ ਨਹੀਂ, ਫਿਰ ਵੀ ਉਹ ਨਹੀਂ ਮੰਨੇ। ਸਾਰੇ 6 ਵਿਦਿਆਰਥੀ ਮੇਰੇ ਕਰੀਬੀ ਦੋਸਤ ਸੀ ਅਤੇ ਢਾਕਾ ਦੇ ਵੱਖਰੇ-ਵੱਖਰੇ ਕਾਲਜਾਂ ਵਿੱਚ ਪੜ੍ਹਦੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਹੈ ਕਿ ਸਿਰਸਾ ਨੂੰ ਬੰਦੂਕ ਨਾਲ ਡਰਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਉਹ ਅੱਜਕੱਲ੍ਹ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਕਰਤਾਰਪੁਰ ਹਲਕੇ 'ਚ ਰੈਲੀ ਕਰਨ ਲਈ ਆਏ ਹੋਏ ਸਨ। ਸ੍ਰੀ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿਰਸਾ ਵੱਲੋਂ ਭੇਜਿਆ ਗਿਆ WhatsApp ਸੰਦੇਸ਼ ਵੀ ਦਿਖਾਇਆ, ਜਿਸ ਵਿੱਚ ਉਹਨਾਂ ਖਿਲਾਫ ਦਰਜ ਕੀਤੀ FIR ਦੀ ਕਾਪੀ ਸੀ। ਉਹਨਾਂ ਨੇ ਵੀ ਕਿਹਾ ਕਿ ਸਿਰਸਾ ਨੇ ਉਹਨਾਂ ਨੂੰ ਫੋਨ ਤੇ ਦੱਸਿਆ ਸੀ ਕਿ ਭਾਜਪਾ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਸੀ ਕਿ ਉਹ ਅਕਾਲੀ ਦਲ ਨੂੰ ਛੱਡ ਦੇਣ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ। ਭਾਜਪਾ ਵੱਲੋਂ ਉਹਨਾਂ ਦੇ ਪਰਿਵਾਰ ਤੇ ਕਾਰੋਬਾਰ ਨੂੰ ਤਬਾਹ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦੇ ਮੁੱਦਿਆਂ ਤੇ ਭਾਜਪਾ ਨਾਲੋਂ ਨਾਤਾ ਤੋੜਨ ਮਗਰੋਂ ਕੇਂਦਰ ਵੱਲੋਂ ਅਕਾਲੀ ਦਲ ਨਾਲ ਕਿਹੜ ਕੱਢੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ 11 ਜਣਿਆਂ ਤੇ ਪਰਚੇ ਦਰਜ ਕਰਵਾਏ ਗਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਨਜਿੰਦਰ ਸਿੰਘ ਸਿਰਸਾ ਕੇਂਦਰ ਸਰਕਾਰ ਦਾ ਦਬਾਅ ਨਹੀਂ ਝੱਲ ਸਕੇ। ਇਸ ਦੌਰਾਨ ਸੁਖਬੀਰ ਬਾਦਲ ਡੇਰਾ ਸੱਚਖੰਡ ਬੱਲਾ ਵਿਖੇ ਨਤਮਸਤਕ ਹੋਏ ਤੇ ਆਸ਼ੀਰਵਾਦ ਲਿਆ। ਚੰਡੀਗੜ੍ਹ ਵਿੱਚ ਪਤਨੀ ਨੂੰ ਵਿਦੇਸ਼ ਵਿੱਚ ਪੜ੍ਹਾ ਕੇ ਸੈਟਲ ਹੋਣ ਦੀ ਆਸ ਵਿੱਚ ਇੱਕ ਵਿਅਕਤੀ ਨੂੰ 16 ਲੱਖ ਰੁਪਏ ਦਾ ਚੂਨਾ ਲੱਗ ਗਿਆ, ਜਿਸ ਤੋਂ ਬਾਅਦ ਪਰੇਸ਼ਾਨ ਵਿਅਕਤੀ ਨੇ ਪੈਸੇ ਵਾਪਸ ਪਾਉਣ ਦੀਆਂ तमाम ਕੋਸ਼ਿਸ਼ਾਂ ਫੇਲ ਹੋਣ ਤੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਹੁਣ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਪੁਲਿਸ ਕਾਰਵਾਈ ਕਰ ਰਹੀ ਹੈ। ਪੁਲਿਸ ਵਿੱਚ ਦਰਜ FIR ਦੇ ਅਨੁਸਾਰ ਸਟੱਡੀ ਵੀਜ਼ੇ ਤੇ ਔਰਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ ਇੱਕ ਵਿਅਕਤੀ ਕੋਲੋਂ 16 ਲੱਖ ਰੁਪਏ ਠੱਗ ਲਏ। ਮਾਮਲੇ ਵਿੱਚ ਅੰਮ੍ਰਿਤਸਰ ਦੇ ਜਨਾਲਾ ਨਿਵਾਸੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਜਾਂਚ ਤੋਂ ਬਾਅਦ ਸੈਕਟਰ 34 ਥਾਣਾ ਪੁਲਿਸ ਨੇ 3 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਤਿੰਨੋਂ ਮੁਲਜ਼ਮ ਜ਼ਿਲ੍ਹਾ ਮਹਿਤਾ ਦੇ ਨਿਵਾਸੀ ਪਲਵਿੰਦਰ ਸਿੰਘ ਉਰਫ ਹੈਪੀ, ਰਵੀ ਗੁਪਤਾ ਅਤੇ ਛਤਰਪਾਲ ਵਿੱਚ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ। गिरफ्तार मुलजम पलविंदर सिंह नूं पुलिस कोर्ट विच पेश करके रिमांड हासिल करने की कोशिश करेगी। पुलिस तो मिली जानकारी के अनुसार शिकायतकर्ता गुरविंदर सिंह ने दस्सिया कि वह अपनी पत्नी नूं स्टडी वीजे ते विदेश भेजना चाहता सी। इस दे लई सैक्टर 34 विच इमीग्रेशन दा दफ्तर चलाउण वाले पलविंदर सिंह, रवि अते छतरपाल नाल मुलाकात कीती। उन्होंने उसकी पत्नी नूं स्टडी वीजे ते भेजण दा वादा करके हौली हौली करके अलग अलग खर्चे के नां ते 16 रुपए जमा करवा लए, पर निर्धारित समय ते वीजा ना मिलण तो बाद मुलजम पैसे वापस करने के नां ते टाल मटोल करन लगे। आखिरकार तंग आके उसने मुलजमां खिलाफ
SSP ਵਿੰਡੋ ਤੇ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਸੰਬੰਧਿਤ ਥਾਣਾ ਪੁਲਿਸ ਨੇ ਸ਼ਿਕਾਇਤਾਂ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਵਿੱਚ ਲੱਗ ਗਈ ਹੈ। ਆਂਧਰਾ ਪ੍ਰਦੇਸ਼ ਸਰਕਾਰ ਵਿਦੇਸ਼ ਤੋਂ ਪਰਤੇ 60 ਲੋਕਾਂ ਵਿੱਚੋਂ 30 ਲੋਕਾਂ ਨੂੰ ਲੱਭ ਰਹੀ ਹੈ। ਓਮਿਕਰੋਨ ਵੈਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੂੰ ਇਨ੍ਹਾਂ ਲੋਕਾਂ ਦਾ RT-PCR ਟੈਸਟ ਕਰਵਾਉਣਾ ਹੈ। ਅਫਰੀਕਾ ਤੋਂ ਆਏ 9 ਲੋਕਾਂ ਨੂੰ ਮਿਲ ਕੇ ਕਰੀਬ 60 ਮੁਸਾਫਰ ਪਿਛਲੇ 10 ਦਿਨਾਂ ਵਿੱਚ ਵਿਸ਼ਾਖਾਪਟਨਮ ਪਹੁੰਚੇ ਨੇ। ਇਨ੍ਹਾਂ ਵਿੱਚੋਂ 30 ਅਜੇ ਵਿਸ਼ਾਖਾਪਟਨਮ ਵਿੱਚ ਰੁਕੇ ਹੋਏ ਨੇ, ਜਦਕਿ ਬਾਕੀ 30 ਰਾਜ ਵਿੱਚ ਅਲੱਗ-ਅਲੱਗ ਥਾਵਾਂ ਲਈ ਨਿਕਲ ਗਏ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਫੋਨ ਕਾਲ ਦਾ ਜਵਾਬ ਨਹੀਂ ਦੇ ਰਹੇ ਨੇ, ਜਿਨ੍ਹਾਂ ਦੇ ਚਲਦਿਆਂ ਅਧਿਕਾਰੀਆਂ ਨੂੰ ਇਨ੍ਹਾਂ ਦੇ ਲਾਪਤਾ ਹੋਣ ਦਾ ਡਰ ਲੱਗ ਰਿਹਾ। ਕੋਰੋਨਾ ਦੇ ਓਮਿਕਰੋਨ ਵੈਰੀਐਂਟ ਭਾਰਤ ਵਿੱਚ ਐਂਟਰੀ ਹੋ ਚੁੱਕੀ ਹੈ। ਕਰਨਾਟਕ ਵਿੱਚ ਇਸ ਦੇ 2 ਮਾਮਲੇ ਆਏ ਨੇ। ਇੱਧਰ ਰਾਜਸਥਾਨ ਵਿੱਚ ਵੀ ਚਿੰਤਾ ਵੱਧ ਗਈ ਹੈ। 7 ਦਿਨ ਪਹਿਲਾਂ ਦੱਖਣੀ ਅਫਰੀਕਾ ਤੋਂ ਜੈਪੁਰ ਵਿੱਚ ਆਏ ਪਰਿਵਾਰ ਦੇ 4 ਲੋਕ ਪੋਜ਼ਿਟਿਵ ਆਏ ਨੇ। ਪਤੀ ਪਤਨੀ ਸਣੇ ਉਹਨਾਂ ਦੀ 8 ਅਤੇ 15 ਸਾਲਾਂ ਦੀਆਂ ਲੜਕੀਆਂ ਵੀ ਪੋਜ਼ਿਟਿਵ ਮਿਲੀਆਂ ਨੇ। ਸਾਰਿਆਂ ਨੂੰ ਓਮਿਕਰੋਨ ਦਾ ਸ਼ੱਕੀ ਮੰਨਦੇ ਹੋਏ ਕੁਆਰੰਟਾਈਨ ਕੀਤਾ ਗਿਆ ਹੈ। ਤੁਸੀਂ 2 ਪਹੀਆਂ ਅਤੇ 4 ਪਹੀਆਂ ਕਾਰਾਂ ਨੂੰ ਧੱਕਾ ਲਾਉਂਦੇ ਹੋਏ ਬਹੁਤ ਵਾਰੀ ਵੇਖਿਆ ਹੋਵੇਗਾ, ਪਰ ਤੁਸੀਂ ਸ਼ਾਇਦ ਕਦੇ ਜਹਾਜ਼ ਨੂੰ ਧੱਕਾ ਲਾਉਂਦੇ ਹੋਏ ਲੋਕਾਂ ਦੀ ਤਸਵੀਰ ਦੇਖੀ ਹੋਵੇ। ਇਹ ਵਾਇਰਲ ਵੀਡੀਓ ਨੇਪਾਲ ਦੇ ਬਾਜ਼ੂਰਾ 에ਅਰਪੋਰਟ ਦਾ ਹੈ, ਜਿੱਥੇ ਬੁੱਧਵਾਰ ਨੂੰ ਦਰਜਨਾਂ ਲੋਕ ਤਾਰਾ 에ਅਰਲਾਈਨਸ ਦੇ ਜਹਾਜ਼ ਨੂੰ ਧੱਕਾ ਦੇ ਰਹੇ ਨੇ। ਨੇਪਾਲ ਦੀ ਤਾਰਾ 에ਅਰਲਾਈਨਸ ਕੰਪਨੀ ਦਾ ਜਹਾਜ਼ ਬਾਜ਼ੂਰਾ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ, ਪਰ ਜਦੋਂ ਇਹ ਰਨਵੇ ਤੇ ਟੈਕਸੀਵੇ ਤੇ ਜਾ ਰਿਹਾ ਸੀ ਤਾਂ ਅਚਾਨਕ ਜਹਾਜ਼ ਦੇ ਲੈਂਡਿੰਗ ਗੀਅਰ ਦਾ टायर फटन की आवाज़ आई, जिस कारण रनवे ते रोक ली गई। एक टायर फट गया तो कई होर जहाज़ उदों तक लैंड नहीं कर सकता सी जदों तक जहाज़ नूं पार्किंग दे रस्ते तक नहीं लिजाया जाता। इस दौरान एक होर जहाज़ बजूरा हवाई अड्डे ते उतरन की आग्या मंग रहा सी, पर रनवे बंद होने कारण ATC बजूरा इसनूं लैंड करन की आग्या नहीं दे रहा सी। छोटा जहाज़ अते घट ईंधन कारण दूजा जहाज़ ज़्यादा देर तक आसमान 'च नहीं चल सकिया। फिर जहाज़ नूं पूरी तरह खाली करन तो बाद उत्थे मौजूद कर्मचारियों अते यात्रियों ने मिल के तारा एयर दे जहाज़ नूं रनवे तो पार्किंग लॉट तक धक्का दिता तां जो दूजे जहाज़ां नूं उतारिया जा सके। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।